ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ। ਕੱਲ੍ਹ ਦਾ ਪੰਜਾਬ 'ਚ ਮੁੱਦਾ ਉੱਠਿਆ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫਲੇ ਨੂੰ ਘੇਰ ਲਿਆ। ਆਰੋਪ ਪ੍ਰਤਾਰੋਪ ਲੱਗਣ ਲੱਗ ਗਏ ਔਰ ਮੋਦੀ ਸਾਹਿਬ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਸੀ। ਜਾਂਦੇ ਜਾਂਦੇ ਏਅਰਪੋਰਟ 'ਤੇ ਅਧਿਕਾਰੀਆਂ ਨੂੰ ਕਾਫੀ ਲਿਤਾੜ ਪਾਈ ਔਰ ਕਹਿੰਦੇ ਮੁੱਖ ਮੰਤਰੀ ਨੂੰ ਥੈਂਕ ਯੂ ਕਹਿ ਕੇ ਗਏ ਕਿ ਉਹਨਾਂ ਦੇ ਇੱਥੋਂ ਉਹ ਆਪਣਾ ਜਿਉਂਦੇ ਵਾਪਸ ਚਲ ਗਏ ਨੇ। ਦੱਸਿਆ ਜਾਂਦਾ ਚੰਨੀ ਨੇ ਫੋਨ ਨਹੀਂ ਚੱਕਿਆ ਔਰ 15-20 ਮਿੰਟ ਕਾਫਲਾ ਕਿਤੇ ਇੱਕ ਥਾਂ ਦੇ ਉੱਤੇ ਰੁਕਿਆ ਰਿਹਾ। ਉੱਥੇ ਕੁਛ ਕਿਸਾਨ ਆ ਗਏ ਸੀਗੇ, ਉਹਨਾਂ ਨੇ ਕਾਫਲਾ ਘੇਰ ਲਿਆ ਸੀ। ਇਹੋ ਜਿਹੀਆਂ ਕਾਫੀ ਗੱਲਾਂ ਆਈਆਂ। ਇਹਦੇ ਵਿਚਕਾਰ ਇਹ ਵੀ ਖਬਰ ਆਈ ਆ ਕਿ ਜਿੱਥੇ ਰੈਲੀ 'ਤੇ ਜਾਣਾ ਸੀਗਾ ਉਹ ਥਾਂ ਬਿਲਕੁਲ ਹੀ ਲੋਕਾਂ ਤੋਂ, ਉੱਥੇ ਲੋਕ ਸੀਗੇ ਹੀ ਨਹੀਂ ਔਰ ਕਿਸਾਨ ਆਗੂਆਂ ਨੇ ਅਪੀਲ ਕੀਤੀ ਸੀ ਵੀ ਜਦੋਂ ਤੁਸੀਂ ਦਿੱਲੀ ਦੇ ਬਾਹਰ ਬੈਠੇ ਰਹੇ, ਉਹਨੇ ਤੁਹਾਨੂੰ ਨਹੀਂ ਸੁਣਿਆ ਤਾਂ ਤੁਸੀਂ ਉਹਨੂੰ ਸੁਣਨਾ ਜਾਇਓ। ਔਰ ਕੁੱਲ ਮਿਲਾ ਕੇ ਫਿਰੋਜ਼ਪੁਰ ਦੀ ਜਿਹੜੀ ਰੈਲੀ ਸੀ ਉਹ ਫੇਲ ਹੋ ਗਈ। ਕੈਪਟਨ ਅਮਰਿੰਦਰ ਸਿੰਘ ਦਾ ਜਲਵਾ ਵੀ ਨਹੀਂ ਹੋ ਸਕਿਆ। ਹੋਰ ਇਹ ਤੋਂ ਇਲਾਵਾ ਜਿਹੜੇ ਮੋਦੀ ਸੀਗੇ, ਮੋਦੀ ਚਾਹੇ ਕਿਸੇ ਵੀ ਕਾਰਨ ਤੋਂ ਆਪਣੀ ਸਾਖ ਬਚਾ ਗਏ ਜਾਂ ਹੁਣ ਗੱਲਾਂ ਕਹਿਣ ਦਾ ਮੌਕਾ ਮਿਲਿਆ, ਕਿਉਂਕਿ ਅਗਰ ਬਾਈ ਚਾਂਸ ਉਹ ਕਿਸਾਨ ਨਾ ਘੇਰਦੇ ਔਰ ਕੋਈ ਇਹੋ ਜਿਹਾ ਘਟਨਾਕ੍ਰਮ ਨਾ ਬਣਦਾ ਤੇ ਫਿਰ ਰੈਲੀ ਦੇ ਸਥਲ ਦੇ ਉੱਤੇ ਕੀ ਕੁਰਸੀਆਂ ਨੂੰ ਸੰਬੋਧਿਤ ਕਰਕੇ ਆਉਂਦੇ। ਹੁਣ ਮੈਂ ਤੁਹਾਡੇ ਸਾਹਮਣੇ ਅੱਜ ਇਹ ਗੱਲਾਂ ਇਸ ਲਈ ਕਰ ਰਿਹਾ ਵਾਂ ਕਿਉਂਕਿ ਇੱਕ ਬੜਾ ਸਿਸਟਮ ਦੋਸਤੋ ਹੁਣ ਬਣਦਾ ਜਾ ਰਿਹਾ ਵਾ ਕਿ ਆਉਣ ਵਾਲੇ ਟਾਈਮ 'ਚ ਭਾਰਤ ਦੀ ਰਾਜਨੀਤੀ 'ਚ ਬਦਲਾਵ ਹੋਣਾ ਹੁਣ ਤੈਅ ਆ। ਲੋਕ ਸਿਆਣੇ ਹੁੰਦੇ ਜਾ ਰਹੇ ਨੇ, ਲੋਕ ਕਿਤੇ ਨਾ ਕਿਤੇ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋ ਰਹੇ ਨੇ ਔਰ ਅਗਰ ਇਸੇ ਤਰੀਕੇ ਨਾਲ ਆਪਣੀਆਂ ਗੱਲਾਂ ਲੋਕ ਕਰਦੇ ਰਹੇ, ਕਹਿੰਦੇ ਰਹੇ ਔਰ ਇਸੇ ਤਰੀਕੇ ਨਾਲ ਖਾਸ ਤੌਰ 'ਤੇ ਪੰਜਾਬ ਤੋਂ ਜਿਹੜੀ ਅੱਗ ਲੱਗੀ ਆ, ਕਿਉਂਕਿ ਪੰਜਾਬ ਦੇ ਅੰਦਰ ਇੱਕ ਸਿੱਧੀ ਜਿਹੀ ਗੱਲ ਬੜੀ ਖਾਸ ਤੌਰ 'ਤੇ ਆ ਰਹੀ ਆ, ਰਾਜਨੀਤਿਕ ਆਗੂਆਂ ਨੂੰ ਪਿੰਡਾਂ ਦੇ ਸਤਰ 'ਤੇ ਘੇਰਿਆ ਜਾ ਰਿਹਾ ਵਾ। ਹੁਣ ਮੋਦੀ ਵਰਗੇ ਲੀਡਰ ਦਾ ਵੀ ਇਹਨਾਂ ਨੇ ਵਿਰੋਧ ਕਰਤਾ। ਫਿਰੋਜ਼ਪੁਰ ਰੈਲੀ ਵੀ ਫੇਲ ਹੋ ਗਈ, ਉਹਦਾ ਘਿਰਾਓ ਵੀ ਕੀਤਾ ਔਰ ਕਾਂਗਰਸ ਵੀ ਭਾਵੇਂ ਜਿੰਨੀਆਂ ਮਰਜ਼ੀ ਫੜਾ ਮਾਰ ਲਏ, ਕਾਂਗਰਸ ਵੀ ਮਤਲਬ ਕਿ ਪਲੇਟਫਾਰਮ 'ਤੇ ਫੇਲ ਆ। ਹਾਲਾਂਕਿ ਆਪ ਪਾਰਟੀ ਦੇ ਕਿਸਾਨ ਆਗੂਆਂ ਦਾ ਗੱਠਜੋੜ ਹੁਣ ਦੀ ਹਲੇ ਅਧਿਕਾਰਿਕ ਘੋਸ਼ਣਾ ਨਹੀਂ ਹੋਈ, ਲੇਕਿਨ ਇਹ ਵੀ ਹੋ ਸਕਦੀ ਆ ਆਉਣ ਵਾਲੇ ਟਾਈਮ 'ਚ। ਔਰ ਮੇਰੇ ਹਿਸਾਬ ਨਾਲ ਆਮ ਆਦਮੀ ਪਾਰਟੀ ਇੱਕ ਵੱਡੀ ਪਾਰਟੀ ਬਣ ਕੇ ਉੱਭਰ ਸਕਦੀ ਆ ਪੰਜਾਬ 'ਚ। ਹਾਲਾਂਕਿ ਧਰਮ ਨਾਲ ਜੁੜੀ ਜਨਤਾ ਹਲੇ ਵੀ ਬੀਜੇਪੀ ਨਾਲ ਜੁੜੀ ਹੋਈ ਆ, ਖਾਸ ਤੌਰ 'ਤੇ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਵਿਚਕਾਰ, ਮੱਧ ਪ੍ਰਦੇਸ਼ 'ਚ। ਲੇਕਿਨ ਦੇਸ਼ ਦੀ ਇੱਕ ਪਾਰਟੀ ਦੇ ਪ੍ਰਤੀ ਸੋਚ ਨਹੀਂ ਹੈਗੀ। ਇਹ ਚੀਜ਼ ਨੁਕਸਾਨਦਾਇਕ ਵੀ ਹੋ ਸਕਦੀ ਆ ਔਰ ਇਹ ਆਉਣ ਵਾਲੇ ਬਦਲਾਵ ਦਾ ਆਗਾਜ਼ ਵੀ ਹੋ ਸਕਦਾ। ਦੋਸਤੋ ਇਹ ਗੱਲ ਮੈਂ ਕਿਉਂ ਕਹਿ ਰਿਹਾ, ਵਾਰ-ਵਾਰ ਕਿਉਂ ਰਿਪੀਟ ਕਰ ਰਿਹਾ, ਇਹਦੇ ਪਿੱਛੇ ਦਾ ਮੈਂ ਕਾਰਨ ਦੱਸਣਾ ਚਾਹੁੰਦਾ ਵਾਂ। ਥੋੜ੍ਹਾ ਜਿਹਾ ਇਸ ਗੱਲ ਨੂੰ ਸਮਝ ਲਓ ਕਿ ਸਾਡੇ ਉੱਤੇ ਲੋਕਤੰਤਰ ਜਿਹੜਾ ਵਾ ਉਹ ਅੰਗਰੇਜ਼ਾਂ ਨੇ ਲਾਗੂ ਕੀਤਾ ਸੀ। ਅੰਗਰੇਜ਼ 200 ਸਾਲ ਰਾਜ ਕਰਨ ਤੋਂ ਬਾਅਦ ਜਦੋਂ ਲੋਕਤੰਤਰ ਲਾਗੂ ਕਰਕੇ ਗਏ ਸੀਗੇ, ਉਹਦੇ ਪਿੱਛੇ ਦਾ ਲੌਜਿਕ ਇਹ ਸੀਗਾ, ਜਾਂ ਤਾਂ ਰਾਜਤੰਤਰ ਆਉਂਦਾ। ਰਾਜਤੰਤਰ ਮਤਲਬ ਕਿ ਰਾਜੇ ਮਹਾਰਾਜਿਆਂ ਦਾ ਰਾਜ ਹੁੰਦਾ, ਜਿਵੇਂ ਪਹਿਲਾਂ ਸਾਡੇ ਦੇਸ਼ 'ਚ ਹੁੰਦਾ ਸੀ। ਲੇਕਿਨ ਕਾਂਗਰਸ ਸੁਭਾਸ਼ ਚੰਦਰ ਬੋਸ ਤੋਂ ਬਾਅਦ ਖਾਲੀ ਗਾਂਧੀ ਅਤੇ ਨਹਿਰੂ ਹੀ ਔਰ ਵੱਲਭ ਭਾਈ ਪਟੇਲ ਹੀ ਇਹ ਕੁਛ ਲੀਡਰ ਬਚੇ ਸੀਗੇ ਔਰ ਇਹਨਾਂ ਨੇ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਦੇ ਕੇ, ਸਰਕਾਰ ਚੁਣਨ ਦਾ ਅਧਿਕਾਰ ਦੇ ਕੇ ਦੇਸ਼ ਨੂੰ ਆਜ਼ਾਦ ਕਰਵਾਇਆ। ਲੇਕਿਨ ਜਿਹੜੀ ਲੋਕਾਂ ਦੀ ਸੋਚ ਸੀਗੀ ਉਹ ਫਿਰ ਵੀ ਰਾਜੇ ਮਹਾਰਾਜਿਆਂ ਦੇ ਪ੍ਰਤੀ ਜੁੜੀ ਹੋਈ ਸੀ, ਉਹਨਾਂ ਦੇ ਪ੍ਰਤੀ ਹੀ ਵਫਾਦਾਰੀ ਵਾਲੀ ਸੀ ਔਰ ਉਸੇ ਸੋਚ ਨੂੰ ਢਾਉਂਦਾ ਢਾਉਂਦਾ ਦੇਸ਼ ਅੱਜ 2022 ਦੇ ਅੰਦਰ ਆ ਗਿਆ ਵਾ। ਹੁਣ ਕੁਰਸੀ ਦੀ ਜੰਗ ਦੇ ਵਿਚਕਾਰ ਹਾਲਾਂਕਿ ਕਹਿੰਦੇ ਨੇ ਪਕਸ਼ ਅਤੇ ਵਿਪਕਸ਼ ਮਿਲਿਆ ਹੁੰਦਾ ਵਾ ਔਰ ਲੋਕਾਂ ਨੂੰ ਬੇਵਕੂਫ ਬਣਾਉਂਦੇ ਆ, ਲੇਕਿਨ ਹੁਣ ਜਿਹੜਾ ਵਾ ਬੀਜੇਪੀ ਦੇ ਆਉਣ ਤੋਂ ਬਾਅਦ
ਇਹ ਸਾਂਝ ਵੀ ਖਤਮ ਹੋ ਗਈ। ਕਿਉਂਕਿ ਪਹਿਲਾਂ ਕੀ ਹੁੰਦਾ ਸੀਗਾ, ਪਕਸ਼ ਵੀ ਮਲਾਈ ਖਾਂਦਾ ਸੀ ਅਤੇ ਨਾਲ ਵਿਪਕਸ਼ ਨੂੰ ਵੀ ਖਵਾਉਂਦਾ ਸੀਗਾ, ਲੇਕਿਨ ਬੀਜੇਪੀ ਨੇ ਪੂਰੇ ਦੇਸ਼ 'ਤੇ ਨਿਯੰਤਰਣ ਕਰਨ ਦੀ ਨੀਤੀ ਨਾਲ ਵਿਪਕਸ਼ ਨੂੰ ਬਿਲਕੁਲ ਖੂੰਜੇ ਲਾਤਾ। ਉਹਦਾ ਰਿਜ਼ਲਟ ਕੀ ਹੁੰਦਾ ਗਿਆ? ਉਹਦਾ ਰਿਜ਼ਲਟ ਹੁਣ ਇਹ ਹੁੰਦਾ ਗਿਆ ਵਾ ਕਿ ਬੀਜੇਪੀ ਇਕੱਲੀ ਪੈ ਗਈ। ਇਕੱਲੀ ਕਿਵੇਂ ਪੈ ਗਈ? ਜਿਵੇਂ ਬੀਜੇਪੀ ਨੇ ਬੜੇ ਕੜੇ ਫੈਸਲੇ ਲਏ, 370 ਕਸ਼ਮੀਰ ਦਾ ਮੁੱਦਾ ਹੋਵੇ, 3 ਤਲਾਕ ਵਾਲਾ ਮੁੱਦਾ ਹੋਵੇ। ਹਾਲਾਂਕਿ 3 ਕ੍ਰਿਸ਼ੀ ਕਾਨੂੰਨ ਦੇ ਵਿਚਕਾਰ ਜਿਹੜਾ ਨਾਗਰਿਕਤਾ ਵਾਲਾ ਮੁੱਦਾ ਥੋੜ੍ਹਾ ਜਿਹਾ ਦਬ ਗਿਆ ਵਾ, ਲੇਕਿਨ ਕਹਿੰਦੇ ਆ ਵੀ ਵਕਤ ਦੇ ਨਾਲ ਇਹ ਵੀ ਅੱਗੇ ਆਊਗਾ। ਜਨਸੰਖਿਆ ਵਾਲਾ ਮੁੱਦਾ, ਕਈ ਮੁੱਦੇ ਜਿਹੜੇ ਆ ਇਹਦੇ ਉੱਤੇ ਬੀਜੇਪੀ ਨੇ ਬੜੇ ਕੜੇ ਫੈਸਲੇ ਲਏ। ਹੁਣ ਲੋਕ ਹਿੱਤ ਲਈ ਇਹ ਫੈਸਲੇ ਵਧੀਆ ਨੇ ਜਾਂ ਨਹੀਂ ਨੇ, ਇਹ ਮੁੱਦਾ ਨਹੀਂ ਹੈਗਾ, ਕਿਉਂਕਿ ਇਹ ਵੀ ਹੋਣ ਵਾਲੇ ਟਾਈਮ 'ਚ ਹੋ ਸਕਦਾ ਵੀ ਲੋਕ ਹਿੱਤ ਲਈ ਇਹ ਫੈਸਲੇ ਸਹੀ ਵੀ ਹੋਣ ਜਾਂ ਨਹੀਂ ਸਹੀ ਹੈਗੇ, ਤਾਂ ਆਉਣ ਵਾਲਾ ਟਾਈਮ ਦੱਸੂਗਾ। ਪਰ ਜਿਹੜਾ ਹੁਣ ਇੱਕ ਸਿਸਟਮ ਨਜ਼ਰ ਆ ਰਿਹਾ ਵਾ ਕਿ ਬੀਜੇਪੀ ਅਗਰ ਜਿਵੇਂ ਹੁਣ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਵੱਲ ਨੂੰ ਇੱਕ ਪਾਰਟੀ ਬਣਾ ਕੇ ਜੁੜੇ ਨੇ, ਇਹ ਤਾਂ ਅੱਡ ਗੱਲਾਂ ਹੋ ਗਈਆਂ ਨਾ, ਵੀ ਦੂਜੀ ਪਾਰਟੀਆਂ ਤੋਂ ਜਿਹੜੇ ਬਾਗੀ ਹੋ ਕੇ ਆਏ ਉਹ ਚੀਜ਼ਾਂ ਤਾਂ ਅੱਡ ਹੋ ਗਈਆਂ। ਲੇਕਿਨ ਬੀਜੇਪੀ ਕਿਤੇ ਨਾ ਕਿਤੇ ਅੱਜ ਦੀ ਟਾਈਮ ਦੇ ਅੰਦਰ ਇਕੱਲੀ ਨਜ਼ਰ ਆ ਰਹੀ ਹੈ, ਕਿਉਂਕਿ ਭਾਰਤ ਦੀ ਰਾਜਨੀਤੀ ਜਿਹੜੀ ਆ ਉਹ ਰਹੀ ਆ ਪਕਸ਼ ਤੇ ਵਿਪਕਸ਼ ਜੋੜ ਕੇ ਮਲਾਈ ਖਾਣ ਦੀ, ਅਤੇ ਜਦੋਂ ਮਲਾਈ ਤੋਂ ਬਾਅਦ ਥੋੜ੍ਹਾ ਜਿਹਾ ਭਾਂਡਾ ਬਚ ਜਾਂਦਾ ਉਹ ਜਨਤਾ ਨੂੰ ਦੇਣ ਦੀ। ਹੁਣ ਬੀਜੇਪੀ ਜਾਂ ਤਾਂ ਇਕੱਲੀ ਮਲਾਈ ਖਾਣਾ ਚਾਹੁੰਦੀ ਸੀ, ਵਿਪਕਸ਼ ਨੂੰ ਇਹ ਚੀਜ਼ ਮਨਜ਼ੂਰ ਨਹੀਂ ਹੋਈ। ਹਾਲਾਂਕਿ ਅਗਰ ਮੈਂ ਇੱਥੇ ਇਹ ਗੱਲ ਕਹਿ ਦੂੰਗਾ ਕਿ ਬੀਜੇਪੀ ਨੇ ਦੇਸ਼ ਭਲਾਈ ਲਈ ਬਹੁਤ ਕੀਤਾ, ਤਾਂ ਸ਼ਾਇਦ ਲੋਕ ਮੇਰੇ ਨਾਲ ਸਹਿਮਤ ਨਾ ਹੋਣ, ਕਿਉਂਕਿ ਇਹ ਗੱਲ ਵੀ ਜਗ ਜ਼ਾਹਿਰ ਹੋ ਗਈ ਆ ਕਿ ਬੀਜੇਪੀ ਹਰ ਕੰਮ ਨੂੰ ਬੜੇ ਆਸਾਨੀ ਨਾਲ ਕਰਨਾ ਚਾਹੁੰਦੀ ਆ। ਜਿਵੇਂ ਲੋਕਾਂ ਦਾ ਵਿਸ਼ਵਾਸ ਜਿਹੜਾ ਵਾ ਅਗਰ ਧਾਰਮਿਕ ਮੁੱਦਿਆਂ ਦੇ ਉੱਤੇ ਛੱਡ ਦਈਏ, ਸ਼੍ਰੀ ਰਾਮ ਜੀ ਦੇ ਮੁੱਦੇ ਦੇ ਉੱਤੇ ਛੱਡ ਦਈਏ, ਮੁਸਲਮਾਨ ਵਿਰੋਧੀ ਨੀਤੀਆਂ ਦੇ ਉੱਤੇ ਛੱਡ ਦਈਏ, ਤੇ ਸ਼ਾਇਦ ਖੋ ਦਿੱਤਾ ਵਾ ਬੀਜੇਪੀ ਨੇ। ਇਹਦੇ ਵਿਚਕਾਰ ਨਿੱਜੀਕਰਨ, ਕਾਰਪੋਰੇਟ ਜਗਤ ਦੇ ਹੱਥ ਦੇਸ਼ ਨੂੰ ਸੌਂਪਣ ਦੀਆਂ ਨੀਤੀਆਂ ਬੀਜੇਪੀ ਦੇ ਵਿਰੋਧੀ ਹੋ ਗਈਆਂ ਨੇ, ਔਰ ਮੋਦੀ ਸ਼ਾਇਦ ਇਕੱਲਾ ਹੀ ਵਾਹੀ ਲੁੱਟਣਾ ਚਾਹੁੰਦਾ ਸੀ, ਲੇਕਿਨ ਸ਼ਾਇਦ ਹੁਣ ਮੋਦੀ ਦਾ ਵੀ ਪਾਰਟੀ ਦੇ ਅੰਦਰੋਂ ਵਿਰੋਧ ਜਿਹੜਾ ਵਾ ਉਹ ਦੱਬੀ ਜ਼ਬਾਨ ਸ਼ੁਰੂ ਹੋ ਗਿਆ, ਜਿਹਦੇ ਪਿੱਛੇ ਸਤਪਾਲ ਮਲਿਕ ਨੇ ਅਮਿਤ ਸ਼ਾਹ ਦੇ ਹਵਾਲੇ ਨਾਲ ਇਹ ਗੱਲ ਕਹੀ ਵੀ ਇਹਦਾ ਲੋਕਾਂ ਨੇ ਦਿਮਾਗ ਖਰਾਬ ਕੀਤਾ ਹੋਇਆ ਔਰ ਇਹਨੂੰ ਆਉਣ ਵਾਲੇ ਵਕਤ 'ਚ ਪਤਾ ਲੱਗ ਜੂ। ਇਹ ਬਹੁਤ ਵੱਡੀ ਗੱਲ ਆ, ਲੇਕਿਨ ਅਸੀਂ ਇਸ ਗੱਲ ਦੀ ਤਹਿ ਤੱਕ ਨਹੀਂ ਪਹੁੰਚਦੇ। ਕਿਉਂ? ਕਾਰਨ ਕੀ ਹੈ ਨਾ, ਇਹ ਗੱਲਾਂ ਨੂੰ ਉਠਾਉਣਾ ਹੁੰਦਾ ਮੀਡੀਆ ਨੇ। ਮੀਡੀਆ ਜਿਹੜੀ ਆ ਉਹ ਸਰਕਾਰ ਦੇ ਨਾਲ ਸਪੋਰਟ ਕਰਦੀ ਰਹਿੰਦੀ ਹੈ, ਕਿਉਂਕਿ ਉਹ ਵੀ ਸਮੱਸਿਆ ਨਹੀਂ ਲੈਣਾ ਚਾਹੁੰਦੀ। ਹੁਣ ਉਹਦੇ ਵਿਚਕਾਰ ਰਹਿ ਕੇ ਸਾਡੇ ਵਰਗੇ ਛੋਟੇ ਸਤਰ ਦੇ ਸਮਝ ਲਓ ਕਿ ਬਲੌਗਰ ਜਾਂ ਛੋਟੇ ਸਤਰ ਦੀ ਮੀਡੀਆ, ਸਾਡੀ ਗੱਲ ਨੂੰ ਕਿੰਨਾ ਮਹੱਤਵ ਦਿੱਤਾ ਜਾਂਦਾ ਵਾ। ਕੁਛ ਬੰਦੇ ਸਾਡੀ ਸੋਚ ਨਾਲ ਸਹਿਮਤ ਹੁੰਦੇ ਆ, ਕਿਉਂਕਿ ਅੱਜ ਕੱਲ੍ਹ ਜਿਹੜੇ ਫੇਸਬੁੱਕ ਜਾਂ ਯੂਟਿਊਬ ਦਾ ਪੋਰਟਲ ਆ ਉਹਦੇ ਵਿਚਕਾਰ ਵੀ ਸਮਝ ਲਓ ਕਿ ਅਗਰ ਅਸੀਂ ਵੀਡੀਓ ਪਾਉਂਦੇ ਵੀ ਹਾਂ, ਬਹੁਤ ਸਾਰੇ ਲੋਕ ਸੁਣ ਕੇ ਉਸ ਤੋਂ ਬਾਅਦ ਉਹਨੂੰ ਸ਼ੇਅਰ ਵੀ ਨਹੀਂ ਕਰਦੇ, ਅਤੇ ਉਹ ਗੱਲ ਜਿਹੜੀ ਹੈ ਕੁਛ ਬੰਦਿਆਂ ਤੱਕ ਜਾ ਕੇ ਅਸੀਮਿਤ ਹੋ ਜਾਂਦੀ ਹੈ। ਔਰ ਜਿਹੜੇ ਵੱਡੇ ਮੀਡੀਆ ਦੇ ਚੈਨਲ ਨੇ ਜਾਂ ਸੋਸ਼ਲ ਮੀਡੀਆ ਦੇ ਜਿਹੜੇ ਵੱਡੇ ਚੈਨਲ ਨੇ, ਉਹ ਇੰਨੀ ਗਹਿਰਾਈ ਤੱਕ ਜਾਂਦੇ ਨਹੀਂ, ਉਹ ਲੀਡਰਾਂ ਦੇ ਬਿਆਨਾਂ ਦੇ ਉੱਤੇ ਜ਼ਿਆਦਾ ਜਾਂਦੇ, ਔਰ ਲੀਡਰਾਂ ਦੇ ਬਿਆਨਾਂ ਦੇ ਵਿਚਕਾਰ ਇੱਕ ਦੂਜੇ 'ਤੇ ਇਲਜ਼ਾਮ ਲਾਉਣ ਤੋਂ ਸਿਵਾਏ ਕੁਛ ਵੀ ਨਹੀਂ। ਜਿਵੇਂ ਕਿਸਾਨੀ ਅੰਦੋਲਨ ਦੇ ਟਾਈਮ 'ਤੇ ਗੱਲਾਂ ਕਾਫੀ ਹੋਈਆਂ ਸੀਗੀਆਂ, ਲੇਕਿਨ ਉਹ ਗੱਲਾਂ ਹੁਣ ਸੀਮਿਤ ਹੋ ਗਈਆਂ। ਹੁਣ ਕਿਸਾਨ ਯੂਨੀਅਨ ਦੇ ਨੇਤਾ ਇੱਕ ਦੂਜੇ 'ਤੇ ਇਲਜ਼ਾਮ ਲਾਉਣ ਲੱਗ ਗਏ। ਹੁਣ ਉਹ ਬੀਜੇਪੀ ਦੇ ਖਿਲਾਫ ਉਹਨਾਂ ਦੀ ਲੜਾਈ ਹੁਣ ਆਪਸ ਦੇ ਅੰਦਰ ਹੋ ਗਈ ਹੈ, ਕਿਉਂਕਿ ਲੜਾਈ ਕੁਰਸੀ 'ਤੇ ਆ ਕੇ ਰੁਕ ਗਈ ਆ। ਸਹੀ ਅਤੇ ਗਲਤ ਦਾ ਫੈਸਲਾ ਜਿਹੜਾ ਵਾ ਹੁਣ ਉਹ ਰੁਕ ਗਿਆ, ਕਿਉਂਕਿ ਜਦੋਂ ਇੱਕ ਦੂਜੇ ਦੇ ਇਲਜ਼ਾਮ ਲਾਉਣ ਲੱਗ ਗਏ ਅਤੇ ਲੋਕਾਂ ਦੀ ਸੋਚ ਵੀ ਡਿਵਾਈਡ ਹੋ ਗਈ ਆ।
ਹਾਲਾਂਕਿ ਇੱਕ ਲੋਬੀ ਜਿਵੇਂ ਸਾਡੇ ਵਰਗੀ ਸੋਚ ਦੇ ਨਾਲ ਇੱਕ ਲੋਬੀ ਵੀ ਕੰਮ ਕਰ ਰਹੀ ਆ, ਜਿਹੜੀ ਅੱਜ ਵੀ ਸਰਕਾਰ ਦਾ ਵਿਰੋਧ ਕਰ ਰਹੀ ਆ, ਨਿੱਜੀਕਰਨ ਦੀ ਸਪੋਰਟ ਕਰਨ ਵਾਲੀ ਸਰਕਾਰ ਦਾ ਵਿਰੋਧ ਕਰ ਰਹੀ ਹੈ। ਬੀਜੇਪੀ ਦਾ ਵਿਰੋਧ ਨਹੀਂ ਹੋ ਰਿਹਾ ਉਹ, ਔਰ ਮੋਦੀ ਦਾ ਵਿਰੋਧ ਕਰ ਰਹੀ ਹੈ, ਕਿਉਂਕਿ ਮੋਦੀ ਨੇ ਕਾਫੀ ਪਰੇਸ਼ਾਨ ਕੀਤਾ ਖਾਸ ਤੌਰ 'ਤੇ ਕਾਸ਼ਤਕਾਰ ਨੂੰ, ਕਿਸਾਨ ਨੂੰ। ਤੇ ਦੋਸਤੋ ਇਹ ਜਿਹੜਾ ਮੁੱਦਾ ਵਾ, ਇਹਨਾਂ ਮੁੱਦਿਆਂ ਦੇ ਉੱਤੇ ਬਹਿ ਕੇ ਵਿਚਾਰ ਕਰਨ ਦੀ ਲੋੜ ਆ। ਔਰ ਜਿਹੜਾ ਕੱਲ੍ਹ ਪੰਜਾਬ 'ਚ ਹੋਇਆ, ਇਹ ਜਿਹੜਾ ਵਾ ਇਹਦੇ ਉੱਤੇ ਵੀ ਵਿਚਾਰ ਕਰਨ ਦੀ ਲੋੜ ਆ ਕਿ ਮੋਦੀ ਬੀਜੇਪੀ ਦਾ ਪ੍ਰਧਾਨ ਮੰਤਰੀ ਆ ਜਾਂ ਭਾਰਤ ਦਾ ਪ੍ਰਧਾਨ ਮੰਤਰੀ ਆ। ਪਹਿਲਾਂ ਤਾਂ ਇਸ ਗੱਲ 'ਤੇ ਸਵਾਲ ਹੋਣਾ ਚਾਹੀਦਾ। ਫਿਰ ਉਸ ਤੋਂ ਬਾਅਦ ਆਪਣੀਆਂ ਕਮੀਆਂ ਦੇ ਉੱਤੇ ਵਿਚਾਰ ਵਟਾਂਦਰਾ ਹੋਣ ਦੀ ਲੋੜ ਆ, ਕਿਉਂਕਿ ਯੂਪੀ ਦੇ ਅੰਦਰ, ਮੱਧ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ ਔਰ ਉੱਤਰਾਖੰਡ, ਜਿੱਥੇ ਜ਼ਿਆਦਾਤਰ ਹਿੰਦੂ ਔਰ ਮੁਸਲਮਾਨ ਵਿਵਾਦ ਦੇ ਕਰਕੇ ਰਾਜਨੀਤੀ ਚਮਕਦੀ ਆ, ਔਰ ਜਿੱਥੇ ਜ਼ਿਆਦਾਤਰ ਰਾਮ ਮੰਦਿਰ ਦੇ ਕਰਕੇ ਰਾਜਨੀਤੀ ਚਮਕਦੀ ਆ, ਇੱਥੋਂ ਹਟ ਕੇ ਹੁਣ ਹਰਿਆਣਾ ਅਤੇ ਪੰਜਾਬ, ਪੱਛਮੀ ਬੰਗਾਲ, ਕੇਰਲ, ਮਤਲਬ ਕਿ ਇਹ ਉਹ ਲੋਕ ਨੇ ਜਿਹੜੇ ਜ਼ਿਆਦਾ ਜਾਗਰੂਕ ਨੇ, ਜ਼ਿਆਦਾ ਪੜ੍ਹੇ ਲਿਖੇ ਨੇ, ਜਿਨ੍ਹਾਂ ਦਾ ਜੀਵਨ ਦੇ ਪ੍ਰਤੀ ਨਜ਼ਰੀਆ ਦੂਜੇ ਤਰੀਕੇ ਦਾ। ਇੱਥੇ ਬੀਜੇਪੀ ਔਰ ਮੋਦੀ ਦੀ ਸੋਚ ਨਹੀਂ ਲਾਗੂ ਹੋ ਪਾ ਰਹੀ, ਔਰ ਅਗਰ ਇੱਥੋਂ ਬਾਰ-ਬਾਰ ਅਟੈਕ ਹੁੰਦਾ ਰਿਹਾ ਤਾਂ ਹੌਲੀ ਹੌਲੀ ਉੱਤਰਾਖੰਡ, ਯੂਪੀ, MP, ਰਾਜਸਥਾਨ, ਮਹਾਰਾਸ਼ਟਰ ਦੇ ਉੱਤੇ ਵੀ ਪਕੜ ਜਿਹੜੀ ਆ ਉਹ ਕਮਜ਼ੋਰ ਹੁੰਦੀ ਰਹੂਗੀ। ਜਿਵੇਂ ਮਹਾਰਾਸ਼ਟਰ ਦੇ ਅੰਦਰ ਹਾਲਾਂਕਿ ਸਮਰਥਨ ਸ਼ਿਵ ਸੈਨਾ ਔਰ ਕਾਂਗਰਸ ਨੂੰ ਮਿਲਿਆ, ਸ਼ਰਦ ਪਵਾਰ ਦੀ ਪਾਰਟੀ ਨੂੰ ਮਿਲਿਆ, ਉਹਨਾਂ ਨੇ ਸਰਕਾਰ ਬਣਾ ਲਈ, ਉਹਨਾਂ ਨੂੰ ਵੀ ਕਾਫੀ ਸਟਰਗਲ ਕਰਨੀ ਪਈ ਕਰੋਨਾ ਦੇ ਕਾਲ 'ਚ। ਸਭ ਤੋਂ ਜ਼ਿਆਦਾ ਕਰੋਨਾ ਦਾ ਜਿਹੜਾ ਵਾ ਸੰਤਾਪ ਮਹਾਰਾਸ਼ਟਰ ਨੇ ਝੱਲਿਆ, ਆਰਥਿਕ ਰਾਜਧਾਨੀ ਵੀ ਹੈ ਦੇਸ਼ ਦੀ ਉਹ। ਅਤੇ ਗੁਜਰਾਤ ਵੀ ਬੀਜੇਪੀ ਦਾ ਬੜਾ ਮਤਲਬ ਕਿ ਇੱਕ ਸਪੋਰਟ ਕਰਦਾ ਹੋਇਆ ਉਹ ਆ। ਹੁਣ ਇੱਥੇ ਗੱਲ ਆ ਕੇ ਫਸਦੀ ਇਸ ਗੱਲ ਦੇ ਉੱਤੇ ਆ ਕਿ ਦੇਸ਼ ਦੇ ਅੰਦਰ ਜਿਹੜਾ ਬਦਲਾਵ ਬੀਜੇਪੀ ਕਰ ਰਹੀ ਸੀ, ਅਗਰ ਹਿੰਦੂਤਵ ਵਾਲੇ ਮੁੱਦਿਆਂ ਨੂੰ ਛੱਡ ਦਿੱਤਾ ਜਾਵੇ, ਉਹ ਸਹੀ ਸੀਗਾ। ਅਗਰ ਕਾਰਪੋਰੇਟ ਜਗਤ ਦੀ ਸਪੋਰਟ ਜਿਹੜੀ ਬੀਜੇਪੀ ਨੇ ਨਿੱਜੀਕਰਨ ਦੇ ਜ਼ਿਆਦਾ ਸਿਸਟਮ ਕੀਤੇ ਆ, ਉਹਦੇ ਉੱਤੇ ਦੁਬਾਰਾ ਤੋਂ ਨੀਤੀਆਂ ਬਣਾਉਣ ਦੀ ਲੋੜ ਸੀ, ਜਾਂ ਕਾਂਗਰਸ ਜਿਹੜੀ ਕਿ ਲਗਭਗ ਕਈ ਪਲੇਟਫਾਰਮਾਂ 'ਤੇ ਬਿਲਕੁਲ ਨਿਰਜੀਵ ਹੋ ਗਈ ਆ, ਉਸ ਦੇ ਉੱਤੇ ਵਿਚਾਰ ਕਰਨ ਦੀ ਲੋੜ ਆ। ਹਾਲਾਂਕਿ ਸਾਡੇ ਲੋਕ ਜਿਹੜੇ ਖਾਸ ਤੌਰ 'ਤੇ ਪੰਜਾਬ ਨੇ ਇੱਕ ਲੋਕਾਂ ਦੇ ਸਾਹਮਣੇ ਉਦਾਹਰਣ ਪੇਸ਼ ਕੀਤਾ ਵਾ, ਹਰਿਆਣੇ ਨੇ ਉਦਾਹਰਣ ਪੇਸ਼ ਕੀਤਾ 3 ਕ੍ਰਿਸ਼ੀ ਕਾਨੂੰਨਾਂ ਦੀ ਵਾਪਸੀ ਕਰਾ ਕੇ, ਔਰ ਇਹ ਚੀਜ਼ ਦਾ ਇੱਕ ਮੈਸੇਜ ਦੇਸ਼ ਨੂੰ ਦਿੱਤਾ ਕਿ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਕੋਈ ਵੀ ਸਰਕਾਰ, ਚਾਹੇ ਉਹ ਸੱਤਾ ਦੇ ਵਿਚਕਾਰ ਹੈਗੀ ਆ, ਪੂਰਨ ਬਹੁਮਤ ਨਾਲ ਉਹ ਵੀ ਆਪਣਾ ਕਾਨੂੰਨ ਨਹੀਂ ਲਾਗੂ ਕਰਾ ਸਕਦੀ। ਸਿਰਫ ਮਜ਼ਬੂਤੀ ਨਾਲ ਗੱਲ ਕਹਿਣ ਦੀ ਲੋੜ ਆ। ਅਤੇ ਇਹੋ ਜਿਹੇ ਬਹੁਤ ਸਾਰੇ ਮੁੱਦੇ ਆ ਦੋਸਤੋ। ਹੁਣ ਅਸੀਂ ਇਹਨਾਂ ਘਟਨਾਵਾਂ ਦੇ ਅੰਦਰ ਇੱਕ ਦੂਜੇ 'ਤੇ ਇਲਜ਼ਾਮ ਲਾਉਣ ਤੋਂ ਬਜਾਏ ਇਹਨਾਂ ਦੇ ਅੰਦਰ ਦੇ ਮੈਸੇਜ ਨੂੰ ਪੜ੍ਹਨ ਦੀ ਕੋਸ਼ਿਸ਼ ਕਰੀਏ, ਜਿਹੜਾ ਕਿ ਜ਼ਰੂਰੀ ਆ। ਜਿਹੜੇ ਮੁੱਦੇ ਮੇਰੀ ਸਮਝ 'ਚ ਆਉਂਦੇ ਆ, ਸਭ ਤੋਂ ਪਹਿਲਾ ਮੁੱਦਾ ਕਿਸਾਨੀ ਨੂੰ ਦੁਬਾਰਾ ਤੋਂ ਖੜਾ ਕਰਨਾ, ਜਿਹੜਾ ਕਿ ਕਿਸਾਨ ਦੀ ਫਸਲ ਦੇ ਉੱਤੇ ਡਾਕਾ ਪੈਂਦਾ ਵਾ, ਉਸ ਡਾਕੇ ਨੂੰ ਰੋਕਣ ਦੀ ਲੋੜ ਆ। ਜਿਹੜਾ ਕਿ ਦੇਸ਼ ਦੀ ਹਰ ਤਰੱਕੀ ਅਸੀਂ ਝਾਕਦੇ ਆ ਕਾਰਪੋਰੇਟ ਜਗਤ ਵੱਲ, ਕਾਰਪੋਰੇਟ ਜਗਤ ਦੀ ਵੀ ਸਾਨੂੰ ਲੋੜ ਆ, ਲੇਕਿਨ ਇੱਕ ਲਿਮਿਟੇਸ਼ਨ ਦੇ ਵਿਚਕਾਰ। ਕਿਉਂਕਿ ਮੈਂ ਇੱਕ ਚੀਜ਼ ਦੇਖੀ ਆ ਕਿ ਜਿਵੇਂ ਹੁਣ ਸਾਡੇ ਯੂਪੀ ਦੇ ਅੰਦਰ ਕੀ ਹੋ ਰਿਹਾ, ਬਜਾਜ ਗਰੁੱਪ ਤੋਂ ਭੁਗਤਾਨ ਲੈਣਾ ਬਹੁਤ ਵੱਡਾ ਇੱਕ ਸਮੱਸਿਆ ਬਣ ਗਈ ਆ ਸਰਕਾਰ ਲਈ,
ਚੱਕਰ ਕੀ ਆ, ਜਿਵੇਂ ਹੁਣ ਸਾਡਾ ਜਿਵੇਂ ਸਮਝ ਲਓ ਕਿ ਇੱਥੇ ਗੰਨਾ ਬਹੁਤ ਸਾਰੇ ਕਾਸ਼ਤਕਾਰ ਲਾਉਂਦੇ ਨੇ, ਉਹਨਾਂ ਦਾ ਤਰਾਈ ਖੇਤਰ ਮਤਲਬ ਕਿ ਜ਼ਿਆਦਾ ਜ਼ਮੀਨ ਦੇ ਵਿੱਚ ਪਾਣੀ ਹੋਣ ਕਰਕੇ ਹੋਰ ਫਸਲਾਂ ਲੱਗਦੀਆਂ ਨਹੀਂ, ਉੱਥੇ ਫੰਗਸ ਹੋਣ ਦਾ ਖਤਰਾ ਵਾ। ਹੁਣ ਸਰਕਾਰਾਂ ਆਪਣੇ ਨਿੱਜੀ ਫਾਇਦਿਆਂ ਵਾਸਤੇ ਚੱਲਦੀਆਂ ਰਹੀਆਂ, ਪਾਰਟੀ ਫੰਡਾਂ ਵਾਸਤੇ ਚੱਲਦੀਆਂ ਰਹੀਆਂ, ਅਤੇ ਹੁਣ ਕਾਫੀ ਬਕਾਇਆ ਬਜਾਜ ਗਰੁੱਪ ਦੇ ਉੱਤੇ ਹੋ ਗਿਆ। ਹਾਲਾਂਕਿ ਵਿੱਚੋਂ ਜੇ ਆਵਾਜ਼ ਨਿਕਲੀ ਸੀ ਕਿ ਇੱਕ ਕਾਨੂੰਨ ਲਿਆਇਆ ਜਾਊਗਾ ਜਿਹੜੀ ਇਕਾਈ ਕੰਪਨੀ ਦੀ ਫਾਇਦੇ 'ਚ ਆ ਔਰ ਘਾਟੇ ਵਾਲੀ ਇਕਾਈ ਦੀ ਭਰਪਾਈ ਫਾਇਦੇ ਵਾਲੀ ਤੋਂ ਕੀਤੀ ਜਾਊਗੀ। ਲੇਕਿਨ ਇਹ ਸਭ ਗੱਲਾਂ ਇੰਨੀਆਂ ਦੋਸਤੋ ਸੌਖੀਆਂ ਨਹੀਂ ਹੈਗੀਆਂ, ਕਿਉਂਕਿ ਲੋਕਤੰਤਰ ਦਾ ਜਿਹੜਾ ਫਾਇਦਾ ਆਮ ਜਨ ਮਾਨਸ ਨੂੰ ਮਿਲਣਾ ਚਾਹੀਦਾ ਸੀ, ਉਹਦਾ ਫਾਇਦਾ ਇਹ ਵੱਡੇ ਵੱਡੇ ਮਗਰਮੱਛ ਲੈ ਜਾਂਦੇ ਨੇ। ਕਿਵੇਂ ਕਿ ਜਿਵੇਂ ਅਗਰ ਸਰਕਾਰ ਕੋਈ ਲਾਗੂ ਕਰਦੀ ਹੈ ਸਿਸਟਮ, ਅਤੇ ਉਹ ਫਿਰ ਕੋਰਟ 'ਚ ਜਾ ਕੇ ਖੜਨਗੇ ਔਰ ਕੋਰਟ ਦੇ ਅੰਦਰ ਤਰੀਕਾਂ ਅੱਗੇ ਦੀ ਅੱਗੇ ਵੱਧਦੀਆਂ ਜਾਣਗੀਆਂ, ਕਿਉਂਕਿ ਤਰੀਕ ਲੈਣ ਦਾ ਅਧਿਕਾਰ ਹੁੰਦਾ ਵਾ। ਮੈਂ ਦੇਖ ਰਿਹਾ ਵਾਂ ਕਿ ਇਸ ਚੀਜ਼ ਦਾ ਕਾਫੀ ਫਾਇਦਾ ਚੱਕਦੇ ਨੇ ਲੋਕ, ਵੀ ਜਿਵੇਂ ਹੁਣ ਕਦੇ ਕੋਰਟ ਦਾ ਬਹਿਸ਼ਕਾਰ ਕਰਤਾ, ਕਦੇ ਹੜਤਾਲ ਕਰਤੀ, ਕਦੇ ਕੋਈ ਪੁਰਾਣਾ ਵਕੀਲ ਜਾਂ ਕੋਈ ਵੱਡਾ ਲੀਡਰ ਖਤਮ ਹੋ ਗਿਆ ਅਤੇ ਉਸ ਚੀਜ਼ ਦੇ ਉੱਤੇ ਕੰਮ ਦਾ ਬਹਿਸ਼ਕਾਰ ਕਰਤਾ, ਸ਼ੋਕ ਦਿਵਸ ਘੋਸ਼ਿਤ ਕਰਤਾ। ਇਹਦੇ ਕਰਕੇ ਸਾਡੀ ਜਿਹੜੀ ਕਾਨੂੰਨ ਵਿਵਸਥਾ ਵਾ, ਸਾਡਾ ਜਿਹੜਾ ਲਾਅ ਆ, ਉਹ ਪਿੱਛੇ ਹੋਈ ਜਾਂਦਾ, ਲੋਕਾਂ ਨੂੰ ਟਾਈਮ ਨਾਲ ਇਨਸਾਫ ਨਹੀਂ ਮਿਲਦਾ, ਅਤੇ ਵੱਡੀ ਕੰਪਨੀਆਂ ਅਤੇ ਆਪਣੇ ਸਬ ਸਿਸਟਮ ਨੂੰ ਬਚਾਉਣ ਵਾਸਤੇ ਬਹੁਤ ਕੁਝ ਕਰਨਗੀਆਂ। ਇੱਥੇ ਮੈਂ ਇੱਕ ਉਦਾਹਰਣ ਪੇਸ਼ ਕਰਨਾ ਚਾਹੁੰਦਾ ਵਾਂ। ਮੇਰਾ ਇੱਕ ਮਿੱਤਰ ਸੀਗਾ ਪੰਜਾਬ ਦੇ ਵਿੱਚ, ਟਰੱਕ ਯੂਨੀਅਨ ਦਾ ਉਹ ਪ੍ਰਧਾਨ ਸੀ, ਪੁਰਾਣੇ ਟਾਈਮ ਦੀ ਗੱਲ ਆ। ਉਹਦੇ ਕੋਲ ਕਾਫੀ ਕਰੋੜਾਂ ਰੁਪਈਆ ਜਿਹੜਾ ਓਪਰੇਟਰਾਂ ਦਾ ਆ ਗਿਆ, ਔਰ ਉਹਨੇ ਇੱਕ ਜਿਹੜਾ ਵਾ ਮਤਲਬ ਕਿ ਉਹਦੇ ਉੱਤੇ ਅਪਰਾਧ ਰਜਿਸਟਰਡ ਹੋਇਆ, ਠੀਕ ਹੈ, ਔਰ ਉਸ ਅਪਰਾਧ ਤੋਂ ਬਾਅਦ ਉਹ ਬੰਦਾ ਜੇਲ੍ਹ 'ਚ ਚਲ ਗਿਆ। ਉਸ ਤੋਂ ਬਾਅਦ ਲੋਕ ਜ਼ਿਲ੍ਹਾ ਅਧਿਕਾਰੀ ਦੇ ਕੋਲ ਗਏ, ਉਹਨਾਂ ਨੇ ਪੇਮੈਂਟ ਕਹੀ ਸਾਡੀ ਪੇਮੈਂਟ ਦਿਵਾਓ। ਹੁਣ ਜ਼ਿਲ੍ਹਾ ਅਧਿਕਾਰੀ ਕਹਿੰਦਾ ਵੀ ਜਦੋਂ ਤੱਕ ਉਹ ਜੇਲ੍ਹ 'ਚੋਂ ਵਾਪਸ ਨਹੀਂ ਆਉਂਦਾ ਉਦੋਂ ਤੱਕ ਅਸੀਂ ਤੁਹਾਡੀ ਪੇਮੈਂਟ ਕਿਵੇਂ ਦਵਾਈਏ, ਕਿਉਂਕਿ ਅਗਰ ਅਸੀਂ ਉੱਥੇ ਮੁਕੱਦਮਾ ਵੀ ਰਜਿਸਟਰ ਕਰਕੇ ਉਹਦਾ ਰਿਮਾਂਡ ਵੀ ਲੈਂਦੇ ਹਾਂ ਔਰ ਸਾਰਾ ਪ੍ਰੋਸੈਸ ਕਰਦੇ ਹਾਂ, ਤਾਂ ਉਹਦੇ ਅੰਦਰ ਵੀ ਹੋ ਸਕਦਾ ਸਾਲ, 1.5 ਸਾਲ, 2 ਸਾਲ ਲੱਗ ਜਾਣ, ਕਿਉਂਕਿ ਤਰੀਕਾਂ ਅੱਗੇ ਦੀ ਅੱਗੇ ਵੱਧਦੀਆਂ ਜਾਣਗੀਆਂ। ਉਹਨਾਂ ਦਾ ਬਚਾਅ ਪਕਸ਼ ਦਾ ਵਕੀਲ ਵੀ ਕੁਛ ਨਾ ਕੁਛ ਕਰੂਗਾ। ਇਹ ਛੋਟੀ ਜਿਹੀ ਘਟਨਾ ਜਿਹੜੀ ਮੈਂ ਤੁਹਾਨੂੰ ਸੁਣਾ ਰਿਹਾ ਵਾਂ, ਇਹੋ ਜਿਹਾ ਜਿਵੇਂ ਹੁਣ ਕਾਰਪੋਰੇਟ ਜਗਤ ਤੋਂ ਪੈਸਾ ਲੈਣਾ ਵਾ, ਇਹ ਵੀ ਬੜਾ ਔਖਾ ਹੋ ਜਾਊਗਾ, ਕਿਉਂਕਿ ਉਹ ਉਹਨਾਂ ਦਾ ਵਕੀਲ ਵੀ ਅੱਗੇ ਬਹਿਸ ਕਰੂਗਾ, ਅਤੇ ਅਗਰ ਅਰਬਾਂ ਰੁਪਇਆ ਕਿਸੇ ਵੀ ਵਿਅਕਤੀ ਕੋਲ 2-4 ਸਾਲ ਰੁਕ ਗਿਆ ਤਾਂ ਉਹਦਾ ਵਿਆਜ ਹੀ ਕਾਫੀ ਹੋ ਜਾਣਾ। ਗੱਲ ਦੀ ਗਹਿਰਾਈ ਨੂੰ ਸਮਝਣ ਦਾ ਪ੍ਰਯਾਸ ਕਰੋ, ਕੋਸ਼ਿਸ਼ ਕਰੋ। ਇਸ ਲਈ ਬੇਨਤੀ ਆ ਕਿ ਠੀਕ ਆ, ਸਾਨੂੰ ਸਰਕਾਰਾਂ ਨਾਲ ਅਸੀਂ ਸਰਕਾਰਾਂ ਦੀਆਂ ਨੀਤੀਆਂ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹਾਂ, ਪਰ ਸਾਨੂੰ ਇਹਨਾਂ ਚੀਜ਼ਾਂ 'ਤੇ ਵੀ ਸੋਚਣਾ ਚਾਹੀਦਾ ਵਾ, ਕਿਉਂਕਿ ਸਾਡਾ ਜਿਹੜਾ ਕਾਨੂੰਨ ਵਿਵਸਥਾ ਵਾ, ਇਹਦੇ ਅੰਦਰ ਜਿਹੜੀਆਂ ਕਮੀਆਂ ਦਾ ਫਾਇਦਾ ਚੁੱਕਦੇ ਆ ਵੱਡੇ ਮਗਰਮੱਛ, ਉਹਦੇ ਉੱਤੇ ਵੀ ਕਾਨੂੰਨ ਬਣਨੇ ਚਾਹੀਦੇ ਆ, ਔਰ ਕਾਨੂੰਨ ਇਸ ਤਰੀਕੇ ਦੇ ਬਣਨੇ ਚਾਹੀਦੇ ਆ ਕਿ ਜਿਵੇਂ ਅੱਜ ਗੰਨਾ ਕਿਸਾਨੀ ਦੇ ਕੁਛ ਪੇਮੈਂਟਾਂ ਰੁਕੀਆਂ ਨੇ ਇੱਕ ਗਰੁੱਪ ਦੇ ਕੋਲ, ਅਤੇ ਉਹਦੀ ਭਰਪਾਈ ਜਿਹੜੀ ਹੈ ਸਰਕਾਰ ਕਰ ਸਕੇ, ਕਿਉਂਕਿ ਲਖੀਮਪੁਰ ਦੇ ਡੀਐਮ ਦੇ ਨਾਂ 'ਤੇ ਚੈੱਕ ਦਿੱਤਾ। ਹੁਣ ਕਿਸਾਨ ਆਗੂ ਕਹਿੰਦੇ ਨੇ ਵੀ ਉਹ ਚੈੱਕ ਬਾਊਂਸ ਕਰਵਾ ਦੇਣਾ ਚਾਹੀਦਾ, ਲੇਕਿਨ ਬਾਊਂਸ ਕਰਵਾਉਣਾ ਹੋਊਗਾ ਕਿ ਚੈੱਕ ਬਾਊਂਸ ਹੋਊਗਾ, 2 ਵਾਰੀ ਬਾਊਂਸ ਹੋਊਗਾ, ਬਾਊਂਸ ਹੋਣ ਤੋਂ ਬਾਅਦ ਕੋਰਟ 'ਚ ਅੰਦਰ ਕੇਸ ਚੱਲੂਗਾ, ਉੱਥੇ ਨਿਰਧਾਰਿਤ ਹੋਊਗਾ, ਫਿਰ ਹੋ ਸਕਦਾ ਉਹ ਕੇਸ ਅੱਗੇ ਹਾਈ ਕੋਰਟ 'ਚ ਚੱਲ ਜੇ। ਇਹ ਸਭ ਜਿਹੜੀਆਂ ਸਾਡੀਆਂ ਨੀਤੀਆਂ ਨੇ ਉਹਦੇ ਅੰਦਰ ਸੁਧਾਰ ਹੋ ਕੇ ਹੀ ਅਸੀਂ ਸਿਸਟਮ ਨੂੰ ਖੜਾ ਕਰ ਸਕਦੇ ਹਾਂ, ਔਰ ਕਿਸਾਨੀ ਬੜਾ ਹੀ ਇੱਕ ਮਤਲਬ ਕਿ ਭਖਦਾ ਮੁੱਦਾ ਵਾ, ਔਰ ਉਹਦੇ ਉੱਤੇ ਸੁਧਾਰ ਕਰਨ ਲਈ ਬੜਾ ਹੀ ਬਰੀਕੀ ਨਾਲ ਸੋਚਣ ਦੀ ਲੋੜ ਆ। ਉਹਦੇ ਵਿਚਕਾਰ ਜਿਹੜੇ ਆ ਹੁਣ ਚੁਣਾਵ ਆ ਗਏ ਆ, ਉਹ ਚੁਣਾਵਾਂ ਦੇ ਅੰਦਰ ਮੋਦੀ ਦੀ ਰੈਲੀ ਫੇਲ ਹੋ ਗਈ, ਔਰ ਰੈਲੀ ਫੇਲ ਹੋਣ ਤੋਂ ਬਾਅਦ ਉਹਨੂੰ ਆਪਣੀ ਜਾਨ ਦਾ ਖਤਰਾ ਹੋ ਗਿਆ, ਔਰ ਅਧਿਕਾਰੀਆਂ ਨੂੰ ਉਹਨੇ ਲਿਤਾੜ ਲਾਈ, ਬੜਾ ਕੁਛ ਮਤਲਬ ਕਿ ਇਹ ਜਿਹੜਾ ਸਿਸਟਮ ਹੋਇਆ। ਇਹ ਤਾਂ ਛੋਟੀ ਘਟਨਾਵਾਂ ਨੇ, ਹੁੰਦੀਆਂ ਰਹਿਣਗੀਆਂ, ਲੇਕਿਨ ਮੇਨ ਚੀਜ਼ ਆ ਸਾਡੇ ਦੇਸ਼ ਦੇ ਅੰਦਰ 70% ਕਿਸਾਨ ਆ, ਔਰ ਕਿਸਾਨੀ ਦੇ ਉੱਤੇ ਸਾਡਾ ਦੇਸ਼ ਨਿਰਭਰ ਆ। ਉਹਨੂੰ ਬਚਾਉਣ ਵਾਸਤੇ ਬੜਾ ਕੁਛ ਕਰਨਾ ਪਊਗਾ। ਔਰ ਦੂਜੀ ਗੱਲ, ਜਿਵੇਂ ਸਾਡੇ ਬੈਂਕਾਂ ਦੇ ਸਿਸਟਮ ਨੂੰ ਬੜਾ ਪ੍ਰਭਾਵਿਤ ਕੀਤਾ ਬੀਜੇਪੀ ਦੀ ਨੀਤੀਆਂ ਨੇ, ਔਰ ਬਹੁਤ ਸਾਰੇ ਲੋਕ ਪੈਸਾ ਲੈ ਕੇ ਵਿਦੇਸ਼ਾਂ 'ਚ ਭੱਜ ਗਏ। ਹੁਣ ਉਹਨਾਂ ਨੂੰ ਲਿਆਉਣਾ ਔਰ ਉੱਥੋਂ ਬੜਾ ਕੁਛ ਕਰਨ ਵਾਸਤੇ ਬੜਾ ਕੁਛ ਕਰਨਾ ਪੈਣਾ ਵਾ। ਅਤੇ ਉਸ ਤੋਂ ਇਲਾਵਾ ਕਾਰਪੋਰੇਟ ਜਗਤ ਦੇ ਵੱਡੇ ਜਿਹੜੇ ਧੂਆਂਧਰ ਨੇ, ਜਿਹੜੇ ਅੱਜ ਸਰਕਾਰ ਦੇ
ਡਿਪਾਰਟਮੈਂਟਾਂ ਨੂੰ ਖਰੀਦ ਰਹੇ ਨੇ ਔਰ ਉਹਨਾਂ ਨੂੰ ਸਰਕਾਰ ਨੇ ਮਾਫੀਆਂ ਦਿੱਤੀਆਂ ਨੇ, ਕਿਉਂਕਿ ਉਹਨਾਂ ਤੋਂ ਵਸੂਲੀ ਕਰਨ ਦੀ ਪਾਵਰ ਹੀ ਸਰਕਾਰ ਕੋਲ ਹੈ ਨਹੀਂ। ਕਿਉਂਕਿ ਅਗਰ ਅਗਲਾ ਕਹਿੰਦਾ ਵੀ ਮੇਰੇ ਕੋਲ ਨਹੀਂ ਹੈਗਾ, ਮੈਂ ਤੁਹਾਡਾ ਇੱਥੇ ਕੰਮ ਬੰਦ ਕਰ ਦੂੰਗਾ। ਜਿਵੇਂ ਹੁਣ ਬਜਾਜ ਤੋਂ ਭੁਗਤਾਨ ਲੈਣਾ ਇੱਕ ਬਹੁਤ ਵੱਡਾ ਸਿਸਟਮ ਬਣ ਗਿਆ ਗੌਰਮੈਂਟ ਦਾ, ਵਾਅਦੇ ਕਰੀ ਜਾਂਦੇ ਨੇ, ਪ੍ਰਸ਼ਾਸਨ ਵਾਅਦੇ ਕਰਾਈ ਜਾਂਦਾ ਵਾ, ਟੁੱਟਦੇ ਨੇ, ਕਿਸਾਨ ਧਰਨਿਆਂ 'ਤੇ ਬੈਠੇ ਨੇ, ਲੇਕਿਨ ਹਾਲਾਤ ਬੱਤਰ ਤੋਂ ਬੱਤਰ ਹੁੰਦੇ ਜਾ ਰਹੇ ਨੇ। ਅਤੇ ਦੋਸਤੋ, ਅੱਜ ਦਾ ਮੁੱਦਾ ਹੁਣ ਸਾਡਾ ਇਹ ਆ ਕਿ ਪਹਿਲਾ ਨੰਬਰ ਤਾਂ ਕਿਸਾਨਾਂ ਦੇ ਉੱਤੇ ਜਿਹੜੀ ਡਕੈਤੀ ਹੋ ਰਹੀ ਆ, ਉਸ ਡਕੈਤੀ ਨੂੰ ਰੋਕਿਆ ਜਾਣਾ ਚਾਹੀਦਾ ਵਾ। ਉਹਨਾਂ ਦਾ ਭੁਗਤਾਨ ਟਾਈਮ ਨਾਲ ਹੋਵੇ, ਇਸ ਚੀਜ਼ਾਂ ਨੂੰ ਕਲੀਅਰ ਹੋਣਾ ਚਾਹੀਦਾ ਵਾ। ਔਰ ਮੋਦੀ ਦੀ ਜਿਹੜੀ ਜਾਨ ਨੂੰ ਖਤਰਾ ਹੋਇਆ, ਪੰਜਾਬ ਦੇ ਲੋਕਾਂ ਨੂੰ ਫੇਰ ਬਦਨਾਮ ਕਰਨ ਦੀ ਜਿਹੜੀਆਂ ਸਾਜ਼ਿਸ਼ਾਂ ਰਚੀਆਂ ਗਈਆਂ, ਇਹਦੇ ਉੱਤੇ ਵਿਚਾਰ ਹੋਣਾ ਚਾਹੀਦਾ। ਅਮਰਿੰਦਰਜੀਤ ਸਿੰਘ ਸਰਸਾ ਨੇ ਤਾਂ ਇਹਨੂੰ ਪਾਕਿਸਤਾਨ ਨਾਲ ਜੋੜਤਾ, ਕਾਂਗਰਸ ਨਾਲ ਜੋੜਤਾ, ਅਤੇ ਇਹ ਰਾਜਨੀਤੀਆਂ ਨੇ ਹੁੰਦੀਆਂ ਰਹਿਣਗੀਆਂ। ਲੋਕਾਂ ਨੂੰ ਬੇਵਕੂਫ ਬਣਾਉਣਾ ਹੁਣ ਬੰਦ ਕਰਨਾ ਚਾਹੀਦਾ ਵਾ ਔਰ ਇਕਜੁੱਟ ਹੋ ਕੇ ਦੇਸ਼ ਦੇ ਵਿਕਾਸ ਲਈ ਕੰਮ ਕਰਨਾ ਚਾਹੀਦਾ, ਕਿਉਂਕਿ ਆਜ਼ਾਦ ਸੋਚ ਗੁਲਾਮੀ ਦੇ ਉੱਤੇ ਚੋਟ ਆ ਔਰ ਇਸੇ ਆਜ਼ਾਦ ਸੋਚ ਨਾਲ ਅਸੀਂ ਦੇਸ਼ ਦੀ ਤਰੱਕੀ ਕਰ ਸਕਦੇ ਹਾਂ। ਦੋਸਤੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਹਿੰਦ ਦੋਸਤੋ।